BC ਦੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ ਅਤੇ ਹੁਣ ਤੱਕ ਦੇ ਰਿਕਾਰਡ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ। ਇੱਕ ਵੇਲਾ ਉਹ ਸੀ ਜਦੋਂ BC ਦੇ ਸਿਹਤ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਜੁਲਾਈ ਦੇ ਵਿੱਚ ਜਿਹੜੇ ਕੇਸ ਆ ਉਹ ਜ਼ੀਰੋ ਹੋ ਜਾਣਗੇ, ਪਰ ਹੁਣ ਜੇਕਰ ਅਸੀਂ ਗੱਲ ਨਵੰਬਰ ਦੀ ਕਰੀਏ ਤਾਂ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ 425 ਮਾਮਲੇ ਜਿਹੜੇ ਕੋਰੋਨਾ ਵਾਇਰਸ ਦੇ ਇਸ ਵਕਤ ਅੱਜ ਸਾਹਮਣੇ ਆਏ ਆ। ਸੋ ਗੱਲਬਾਤ ਕਰਦੇ ਆ, ਮੇਰੇ ਨਾਲ ਰਾਜ ਅੰਗਦ ਸਿੰਘ ਸੰਧੂ, ਅਸੀਂ ਚਰਚਾ ਕਰਾਂਗੇ ਇਸ ਗੱਲ ਉੱਤੇ। ਪਹਿਲਾਂ ਤਾਂ ਅੰਗਦ ਇਹ ਦੱਸੋ ਕਿ ਅੱਜ ਜਿਹੜੇ ਸਿਹਤ ਮੰਤਰੀ ਆ ਉਹਨਾਂ ਨੇ ਕੀ ਕਿਹਾ ਜਿਹੜੇ ਕੋਰੋਨਾ ਵਾਇਰਸ ਦੇ ਮਾਮਲੇ ਦੀ ਅੱਜ ਅਪਡੇਟ ਆਈ ਹੈ? ਜੀ ਮਨਦੀਪ, ਸਭ ਤੋਂ ਪਹਿਲਾਂ ਤਾਂ ਬੜੀ ਹੈਰਾਨੀਜਨਕ ਜਿਹੜੇ ਆ ਡਾਟਾ ਅੱਜ ਦਾ ਜਿਹੜਾ ਉਹ ਸਾਹਮਣੇ ਆਇਆ। 425 ਕੇਸ ਜਿਹੜੇ ਆ ਉਹ ਇੱਕ ਤਰ੍ਹਾਂ ਰਿਕਾਰਡ ਤੋੜਵੇਂ ਨੇ, ਕਿਉਂਕਿ ਅੱਗੇ ਜਿਹੜੀ ਕਾਊਂਟਿੰਗ ਸੀਗੀ ਪਹਿਲਾਂ 100 ਤੋਂ ਥੱਲੇ ਜਾ ਰਹੇ ਸਨ, ਫਿਰ 100 ਦੇ ਲਾਗੇ ਐਵਰੇਜ ਸੈੱਟ ਹੋਈ, ਉਸ ਤੋਂ ਬਾਅਦ 200 ਐਵਰੇਜ ਚਲੇਗੀ, 200 ਤੋਂ ਪਲੱਸ 263 ਤੱਕ ਵੀ ਕੇਸ ਗਏ, ਪਰ ਹੁਣ 263 ਤੋਂ ਸਿੱਧਾ 425, ਇਹ ਬਹੁਤ ਹੀ ਵੱਡੀ ਫਿਗਰਸ ਹੈ। ਇਹ ਤੋਂ ਬਾਅਦ ਅੱਜ ਜਦੋਂ ਡਾਕਟਰ ਬੌਨੀ ਹੈਨਰੀ ਮੀਡੀਆ ਸਾਹਮਣੇ ਆਏ ਤੇ ਉਹਨਾਂ ਨੇ ਇਹ ਗੱਲ ਕਹੀ, ਉਹ ਕਹਿੰਦੇ ਕਿ ਨਵੇਂ ਜਿਹੜੇ ਕੇਸਿਸ ਨੇ ਇਹ ਜ਼ਿਆਦਾ ਤੋਂ ਜ਼ਿਆਦਾ ਹਜੇ ਵੀ ਮੇਨ ਜਿਹੜੀ ਗੱਲ ਕੀਤੀ ਗਈ ਹੈ ਵੀ ਵੈਨਕੂਵਰ ਦੇ ਫਰੇਜ਼ਰ ਵੈਲੀ ਦੇ ਵਿੱਚੋਂ ਹੀ ਆ ਰਹੇ ਨੇ, ਤੇ ਸਾਰੇ ਜ਼ਿਆਦਾ ਜਿਹੜੇ ਕੇਸਿਸ ਨੇ ਉਹ ਕਿਤੇ ਨਾ ਕਿਤੇ ਲਿੰਕਡ ਨੇ, ਕਿਤੇ ਤੁਸੀਂ ਕਹਿ ਸਕਦੇ ਹੋ ਵੀ ਕਿਤੇ ਆਊਟਬ੍ਰੇਕ ਹੋਈ ਆ ਉਹਦੇ ਨਾਲ ਲਿੰਕਡ ਨੇ, ਤੇ ਕਿਤੋਂ ਨਾ ਕਿਤੋਂ ਜਿਹੜੀ ਹੈ ਟਰੈਕਿੰਗ ਉਹ ਘੁੰਮਾ ਕੇ ਬਾਅਦ 'ਚ ਫਿਰ ਵੈਨਕੂਵਰ ਜਿਹੜੀ ਫਰੇਜ਼ਰ ਵੈਲੀ ਦੇ ਵਿੱਚ ਹੀ ਆ ਰਹੀ ਹੈ। ਤੇ ਇਸ ਤੋਂ ਇਲਾਵਾ ਹੁਣ ਐਕਟਿਵ ਕੇਸਾਂ ਦੀ ਗਿਣਤੀ ਕਿੰਨੀ ਕੁ ਹੋ ਗਈ ਹੈ ਤੇ ਕੁੱਲ ਮਾਮਲੇ ਕਿੱਥੇ ਤੱਕ ਪਹੁੰਚ ਗਏ ਨੇ? ਜੀ ਮਨਦੀਪ, ਜੇ ਗੱਲ ਕਰੀਏ ਐਕਟਿਵ ਕੇਸਿਸ ਦੀ ਤਾਂ ਸਭ ਤੋਂ ਪਹਿਲਾਂ ਅੱਜ 425 ਜਿਹੜੇ ਮਾਮਲੇ ਸਾਹਮਣੇ ਆਏ ਨੇ ਉਹ ਨਵੇਂ ਨੇ। ਇੱਕ ਵੀ ਡੈਥ ਅੱਜ ਰਿਪੋਰਟ ਨਹੀਂ ਕੀਤੀ ਗਈ, ਸੋ ਉਹ ਪੋਜ਼ੀਟਿਵ ਚੀਜ਼ ਹੈ। ਬਟ ਓਵਰਆਲ ਜੇ ਦੇਖਿਆ ਜਾਵੇ ਐਕਟਿਵ ਕੇਸਿਸ ਜਿਹੜੇ ਨੇ ਉਹ 3800 ਦੇ ਲਾਗੇ ਚਲੇ ਗਏ ਨੇ ਜੀ। ਔਰ ਮੈਨੂੰ ਲੱਗਦਾ ਕਿ ਇਸ ਵਕਤ ਜਿਹੜੇ ਐਕਟਿਵ ਕੇਸਾਂ ਦੀ ਗਿਣਤੀ ਉਹ ਵੀ ਰਿਕਾਰਡ ਹੈ, ਕਿਉਂਕਿ ਹੁਣ ਤੱਕ ਇੰਨੀ ਵੱਡੀ ਪੱਧਰ 'ਤੇ ਐਕਟਿਵ ਕੇਸ ਵੀ ਹੁਣ ਤੱਕ BC ਵਿੱਚ ਨਹੀਂ ਆਇਆ। ਚਾਹੇ ਪੂਰੀ ਦੁਨੀਆ ਦੇ ਵਿੱਚ ਜਦੋਂ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਜ਼ਿਆਦਾ ਸੀ, BC ਵਿੱਚ ਉਦੋਂ ਬਹੁਤ ਘੱਟ ਮਾਮਲੇ ਸਾਹਮਣੇ ਆ ਰਹੇ ਸੀ। ਜਿਵੇਂ ਸ਼ੁਰੂਆਤ 'ਚ ਮੈਂ ਜ਼ਿਕਰ ਕੀਤਾ ਕਿ ਮਈ ਅਪ੍ਰੈਲ ਦੇ ਵਿੱਚ ਜਿਹੜੇ ਬੌਨੀ ਹੈਨਰੀ ਉਹ ਕਹਿ ਰਹੇ ਸੀ ਕਿ ਸ਼ਾਇਦ ਜੁਲਾਈ ਵਿੱਚ ਸਾਡੇ ਕੇਸ ਜਿਹੜੇ ਆ ਉਹ ਜ਼ੀਰੋ ਹੋ ਜਾਣ, ਜਿਸ ਹਿਸਾਬ ਨਾਲ ਇਸ ਵਕਤ ਅਸੀਂ ਇਹਨੂੰ ਕਵਰ ਕਰ ਰਹੇ ਹਾਂ, ਕੰਟਰੋਲ ਕਰ ਰਹੇ ਹਾਂ। ਪਰ ਹੁਣ ਜਿਹੜੇ ਹਾਲਾਤ ਆ ਬੱਸੋਂ ਬਾਹਰ ਹੋ ਗਏ। ਇਹਦੇ ਕਈ ਕਾਰਨ ਨੇ, ਘਰਾਂ ਵਿੱਚ ਪਾਰਟੀਆਂ ਹੋ ਰਹੀਆਂ ਨੇ, ਬਹੁਤ ਸਾਰੇ ਜਿਹੜੇ ਲੋਕ ਆ ਉਹ ਘੁੰਮਣ ਫਿਰਨ ਲਈ ਬਾਹਰ ਨਿਕਲੇ ਜਦੋਂ ਉਹ ਫੈਡ ਅਪ ਹੋ ਗਏ। ਸਮਰ ਦੇ ਵਿੱਚ ਲੋਕਾਂ ਨੇ ਬਹੁਤਾ ਜਿਹੜਾ ਖਿਆਲ ਨਹੀਂ ਰੱਖਿਆ, ਜਿਹਦਾ ਹੁਣ ਸਾਨੂੰ ਅਸਰ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਇਸੇ ਦੌਰਾਨ 'ਚ ਇਲੈਕਸ਼ਨ ਵੀ ਹੋਏ। ਹਾਲਾਂਕਿ ਜੌਨ ਹੌਰਗਨ ਜਿਨ੍ਹਾਂ ਨੇ ਇਲੈਕਸ਼ਨ ਕਾਲ ਕੀਤੀ ਸੀ, ਉਹਨਾਂ ਨੇ ਦਾਅਵਾ ਕੀਤਾ ਕਿ ਇਲੈਕਸ਼ਨ ਦੇ ਕਾਰਨ ਜਿਹੜੇ ਆ ਇਹ ਕੇਸ ਸਾਹਮਣੇ ਨਹੀਂ ਆਏ ਆ। ਅੱਛਾ, ਇੱਕ ਜਿਹੜੀ ਪਿੱਛੇ ਜਿਹੇ ਡਾਕਟਰ ਬੌਨੀ ਹੈਨਰੀ ਹੁਣਾਂ ਨੇ ਜਿਹੜਾ ਕਿਹਾ ਸੀ ਕਿ ਘਰਾਂ ਦੇ ਵਿੱਚ ਪਾਰਟੀਆਂ ਹੋ ਰਹੀਆਂ ਨੇ, ਅਸੀਂ ਵੀ ਦੇਖਿਆ, ਚਾਹੇ ਜਿਹੜੇ ਹਾਲ ਬੰਦ ਕਰ ਦਿੱਤੇ ਸੀ ਪਰ ਲੋਕ ਘਰਾਂ 'ਚ ਟੈਂਟ ਲਾ ਕੇ ਉਹੀ 50-50 ਦਾ ਗਰੁੱਪ, 50 ਦਿਨ ਦਾ ਵੱਖਰਾ ਆਉਂਦਾ ਸੀ, ਇੱਕ 50 ਦਾ ਦਿਨ ਵੱਖਰੇ ਦਿਨ ਗਰੁੱਪ ਆਉਂਦਾ ਸੀ, ਤਾਂ ਪਾਰਟੀਆਂ ਹੋ ਰਹੀਆਂ ਸੀ। ਉਹਨੂੰ ਰੋਕਣ ਲਈ ਜਿਹੜਾ ਸੀ ਫਿਰ 6 ਦਾ ਜਿਹੜਾ ਕੀਤਾ ਗਿਆ ਕਿ 6 ਤੋਂ ਵੱਧ ਲੋਕ ਤੁਹਾਡੇ ਘਰ ਨਹੀਂ ਆ ਸਕਦੇ। ਹੁਣ ਜਿਹੜੇ ਕੀ ਹਦਾਇਤ ਦਿੱਤੀ ਜਾ ਰਹੀ ਹੈ? ਜੀ ਮਨਦੀਪ, ਸਭ ਤੋਂ ਪਹਿਲਾਂ ਤਾਂ ਅੱਜ ਡਾਕਟਰ ਬੌਨੀ ਹੈਨਰੀ ਨੇ ਵੀ ਮੀਡੀਆ ਦੇ ਸਾਹਮਣੇ ਜਿਹੜੀ ਗੱਲ ਕਹੀ ਹੈ, ਕੇਸਿਸ ਦੇ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਡਾਕਟਰ ਏਡਰੀਅਨ ਡ੍ਰਿਕਸ ਜਿਹੜੇ ਨੇ ਉਹਨਾਂ ਨੇ ਜਾਣਕਾਰੀ ਦਿੱਤੀ। ਉਹ ਕਹਿੰਦੇ ਕਿ ਸਿੱਧੀ ਜਿਹੜੀ ਗੱਲ ਹੈ ਵੀ ਕੇਸਿਸ ਜਿਹੜੇ ਨੇ ਇਹ ਮੈਕਸਿਮਮ ਟਾਈਮਸ ਜਿਹੜਾ ਕਿਤੇ ਨਾ ਕਿਤੇ ਲਿੰਕਡ ਨੇ ਪਾਰਟੀਜ਼ ਦੇ ਥਰੂ। ਸੋ ਉਹਨਾਂ ਨੇ ਇੱਕ ਲੋਗੋ ਜਿਹੜਾ ਉਹ ਲੋਕਾਂ ਸਾਹਮਣੇ ਰੱਖਿਆ। ਉਹ ਕਹਿੰਦੇ ਵੀ ਡੋਂਟ ਗੋ, ਡੋਂਟ ਥਰੋ, ਜਸਟ ਡੋਂਟ। ਵੀ ਮਤਲਬ ਵੀ ਨਾ ਤਾਂ ਪਾਰਟੀ ਤੁਸੀਂ ਆਪ ਰੱਖੋ ਤੇ ਨਾ ਜੇ ਕੋਈ ਰੱਖ ਰਿਹਾ ਉਹਦੇ ਘਰ ਵੀ ਨਾ ਜਾਓ। ਤੇ ਸਿੱਧੀ ਜਿਹੜੀ ਸਿੰਪਲ ਜੀ ਗੱਲ ਆ ਵੀ ਜਿੱਦੀ ਜ਼ਿਆਦਾ ਹੋ ਸਕਦੀ ਹੈ ਹਦਾਇਤ ਇਹੀ ਹੈ ਵੀ ਬਾਹਰ ਨਾ ਜਾਓ ਜੇ ਤੁਹਾਨੂੰ ਲੋੜ ਨਹੀਂ ਹੈ। ਸੋ ਇੱਦਾਂ ਦੇ ਜਿਵੇਂ ਕਹਿ ਸਕਦੇ ਹਾਂ ਵੀ ਰੂਲਸ ਐਂਡ ਰੈਗੂਲੇਸ਼ਨਸ ਉਹਨਾਂ ਨੇ ਫੋਲੋ ਕਰਨ ਨੂੰ ਕਿਹਾ। ਇਹਦੇ ਨਾਲ ਹੀ ਤੁਹਾਨੂੰ ਦੱਸਦਾ ਕਿ ਵਿਲੋਬਰੁਕ ਦੇ ਵਿੱਚ ਇੱਕ ਏਜੰਸੀ ਹੈ ਲੈਂਗਲੀ ਵਿਲੋਬਰੁਕ ਦੇ ਵਿੱਚ ਡੌਜ ਵਾਲਿਆਂ ਦੀ, ਉੱਥੇ ਵੀ ਆਊਟਬ੍ਰੇਕਸ ਜਿਹੜੇ ਨੇ ਸਾਹਮਣੇ ਆਏ। ਸੋ ਪਬਲਿਕ ਆਊਟਬ੍ਰੇਕਸ ਅੱਗੇ ਪਹਿਲਾਂ ਤੁਸੀਂ ਕਹਿ ਸਕਦੇ ਹੋ ਵੀ ਸੀਨੀਅਰ ਹੋਮਸ ਜਾਂ ਕੇਅਰ ਹੋਮਸ ਦੇ ਵਿੱਚ ਆ ਰਹੇ ਸੀ, ਪਰ ਇਹ ਪਹਿਲਾ ਮਾਮਲਾ ਜਿਹਦੇ ਵਿੱਚ ਕੋਈ ਸ਼ੋਰੂਮ ਇਨਵੋਲਵ ਹੈ ਆਟੋ ਗੱਡੀਆਂ ਦਾ। ਸੋ ਮੰਨਿਆ ਇਹੀ ਜਾ ਰਿਹਾ ਕਿ ਬਾਰ-ਬਾਰ ਜਿਵੇਂ ਕਹਿ ਲਓ ਵੀ ਗਵਰਨਮੈਂਟ ਵੱਲੋਂ ਵੀ ਇਹੀ ਹਦਾਇਤ ਦਿੱਤੀ ਜਾ ਰਹੀ ਵੀ ਜਿਹੜੀ ਸ਼ਟਲ ਬੱਸਿਸ ਉੱਥੇ ਗਈਆਂ ਸਨ ਉਹਨਾਂ ਸਾਰਿਆਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਕੇਸਿਸ ਨੂੰ ਜਿਹੜੀ ਹੈ ਘੱਟ ਤੋਂ ਘੱਟ ਮਤਲਬ ਉਹਨਾਂ ਦੇ ਨੰਬਰ ਜਿਹੜੇ ਨੇ ਟਾਰਗੇਟਡ ਉਹਨਾਂ ਦੀ ਕਿਤੇ ਨਾ ਕਿਤੇ ਸਾਡੇ ਕੋਲ ਵੇਰਵਾ ਆ ਸਕੇ। ਅੱਛਾ, ਇੱਕ ਹੋਰ ਗੱਲ ਹੈ, ਕਿਉਂਕਿ ਫਰੇਜ਼ਰ ਹੈਲਥ ਦੇ ਅੰਡਰ ਕਿਹਾ ਜਾ ਰਿਹਾ ਸਭ ਤੋਂ ਵੱਧ ਮਾਮਲੇ ਆ ਰਹੇ ਹਨ। ਜੇ ਫਰੇਜ਼ਰ ਹੈਲਥ ਏਰੀਆ ਦੇਖੀਏ ਤਾਂ ਵੈਨਕੂਵਰ ਪੈਂਦਾ, ਉਹ ਸਭ ਤੋਂ ਵੱਧ ਕਿਹਾ ਜਾ ਰਿਹਾ ਕਿ ਇੱਕ ਵਾਰੀ ਸਰੀ ਦਾ ਮੈਪ ਵੀ ਵਾਇਰਲ ਹੋਇਆ ਸੀ ਕਿ ਸਰੀ 'ਚ ਮਾਮਲੇ ਸਾਹਮਣੇ ਆ ਰਹੇ ਆ। ਸੋ ਇਸ ਸੰਬੰਧੀ ਕੋਈ ਜਾਣਕਾਰੀ ਦਿੱਤੀ ਗਈ ਹੈ? ਜੀ ਮਨਦੀਪ, ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਹ ਕਾਫੀ ਇੱਕ ਤਰ੍ਹਾਂ ਲੋਕਾਂ ਵੱਲੋਂ ਇਹ ਕੀਤਾ ਜਾ ਰਿਹਾ ਸੀਗਾ, ਬਾਰ-ਬਾਰ ਕਹੀ ਜਾ ਰਹੀ ਸੀ ਗੱਲ ਵੀ ਫਰੇਜ਼ਰ ਵੈਲੀ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਨੇ ਉਹ ਸਰੀ ਦੇ ਵਿੱਚ ਨੇ। ਹਾਂਜੀ, ਨੋ ਡਾਊਟ ਸਰੀ ਦੇ ਵਿੱਚ ਨੇ, ਬਟ ਅੱਜ ਡਾਕਟਰ ਬੌਨੀ ਹੈਨਰੀ ਨੇ ਇਸ ਚੀਜ਼ ਦੀ ਵੀ ਕਲੈਰੀਫਿਕੇਸ਼ਨ ਦਿੱਤੀ। ਉਹ ਕਹਿੰਦੇ ਕਿ ਜਦੋਂ ਕੋਈ ਕੇਸ ਹੁੰਦਾ ਅਸੀਂ ਉਹਦੀ ਆਊਟਬ੍ਰੇਕ ਜਿਹੜੀ ਆ ਉਸ ਤੋਂ ਬਾਅਦ ਉੱਥੇ ਡਿਟੈਕਟ ਕਰਦੇ ਹਾਂ ਜਿੱਥੇ ਉਹ ਬੰਦਾ ਰਹਿੰਦਾ। ਸੋ ਤੁਹਾਨੂੰ ਪਤਾ ਮੈਟਰੋ ਵੈਨਕੂਵਰ ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗੇ ਘਰ ਵੈਨਕੂਵਰ ਦੇ ਵਿੱਚ ਨੇ। ਸੋ ਲੋਕੀ ਪ੍ਰੈਫਰ ਕਰਦੇ ਸਰੀ ਦੇ ਵਿੱਚ ਰਹਿਣਾ ਤੇ ਜੌਬ ਕਰਨੀ ਵੈਨਕੂਵਰ ਦੇ ਵਿੱਚ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜੇ ਮੰਨ ਲਓ ਕਿਸੇ ਨੂੰ ਵਰਕ ਦੇ ਥਰੂ ਹੋਇਆ ਤੇ ਉਹ ਘੁੰਮਾ ਕੇ ਬਾਅਦ ਵਿੱਚ ਘਰ ਆਉਂਦਾ, ਸੋ ਜਿਹੜਾ ਉਹ ਕੇਸ ਹੈ ਉਹ ਵੈਨਕੂਵਰ ਦੇ ਵਿੱਚ ਟਰੈਕ ਨਹੀਂ ਹੁੰਦਾ, ਉਹ ਟਰੈਕ ਹੁੰਦਾ ਸਰੀ ਦੇ ਵਿੱਚ, ਤਾਂ ਕਰਕੇ ਸਰੀ ਦੇ ਨੰਬਰਸ ਵੱਧ ਨੇ। ਦੂਜਾ ਉਹਨਾਂ ਨੇ ਇੱਕ ਹੋਰ ਗੱਲ ਕਹੀ, ਉਹ ਕਹਿੰਦੇ ਕਿ ਸਰੀ ਏਰੀਆ ਦੇ ਵਿੱਚ ਮੇਨ ਜੇ ਗੱਲ ਕੀਤੀ ਜਾਵੇ
ਫਰੇਜ਼ਰ ਵੈਲੀ ਦੇ ਵਿੱਚ ਸਭ ਤੋਂ ਜ਼ਿਆਦਾ ਹਸਪੀਟਲਸ ਇੱਥੇ ਨੇ, ਸਭ ਤੋਂ ਜ਼ਿਆਦਾ ਕਲੀਨਿਕਸ ਇੱਥੇ ਨੇ, ਸਭ ਤੋਂ ਜ਼ਿਆਦਾ ਜਿਵੇਂ ਤੁਸੀਂ ਕਹਿ ਸਕਦੇ ਹੋ ਹੈਲਥ ਰਿਲੇਟਡ ਜਿੰਨੇ ਵੀ ਸੈਂਟਰਸ ਨੇ ਉਹ ਸਾਰੇ ਇੱਥੇ ਨੇ। ਸੋ ਕਿਤੇ ਨਾ ਕਿਤੇ ਉਹ ਚੀਜ਼ ਉੱਥੇ ਨਾ ਉੱਥੇ ਲਿੰਕਡ ਹੈ। ਤਾਂ ਕਰਕੇ ਜਿਵੇਂ ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਡੈਲਟਾ ਹਸਪੀਟਲ ਦੇ ਵਿੱਚ ਇੱਕ ਆਊਟਬ੍ਰੇਕ ਹੋਈ ਸੀ। ਸੋ ਜੇ ਕਿਤੇ ਕੇਅਰ ਫੈਸਿਲਿਟੀ ਦੇ ਵਿੱਚ ਆਊਟਬ੍ਰੇਕ ਹੋ ਜਾਂਦੀ ਉਹ ਸਾਰੇ ਦੇ ਸਾਰੇ ਕੇਸਿਸ ਜਿਹੜੇ ਨੇ ਉਸ ਇਲਾਕੇ 'ਚ ਪੈ ਜਾਂਦੇ ਆ। ਸੋ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਵੱਡੀ ਅੱਜ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ, ਉਹ ਕਹਿੰਦੇ ਕਿ ਕੀ ਹੁੰਦਾ ਜਿਵੇਂ ਬੇਸਿਕਲੀ ਤੁਸੀਂ ਦੇਖ ਸਕਦੇ ਹੋ ਸਰੀ ਦੇ ਵਿੱਚ ਕਾਫੀ ਲੋਕੀ ਟਰੱਕ ਡਰਾਈਵਿੰਗ ਦੀ ਜਿਹੜਾ ਸੈਕਟਰ ਉਹਦੇ ਨਾਲ ਇਨਵੋਲਵ ਨੇ। ਸੋ ਕਿਤੋਂ ਜੇ ਕੇਸ ਬਾਹਰੋਂ ਵੀ ਆਉਂਦਾ ਤੇ ਉਹ ਸਰੀ ਨਾਲ ਹੌਲੀ ਹੌਲੀ ਕਰਕੇ ਲਿੰਕਡ ਹੋ ਜਾਂਦਾ ਕਿਉਂਕਿ ਬੰਦਾ ਤੇ ਇੱਥੇ ਰਹਿੰਦਾ। ਸੋ ਇਹ ਸੀ ਜਿਹੜੀ ਅੱਜ ਦੀ ਅਪਡੇਟ ਸੀ, ਜੋ ਕਿ ਹਾਲਾਂਕਿ ਜਿਹੜਾ ਬਾਕੀ ਸੂਬਿਆਂ ਵਿੱਚ ਵੀ ਜਿਹੜਾ ਕੈਨੇਡਾ 'ਚ ਕਰੋਨਾ ਵਾਇਰਸ ਦੇ ਮਾਮਲੇ ਆ ਰਹੇ ਨੇ, ਪਰ ਜੇਕਰ ਅਸੀਂ ਉਹਨਾਂ ਦੇ ਮੁਕਾਬਲੇ ਅੰਟਾਰੀਓ ਜਾਂ ਫਿਰ ਕਿਊਬੇਕ ਦੇ ਮੁਕਾਬਲੇ ਅਸੀਂ BC ਦੀ ਆਬਾਦੀ ਦੇ ਨਾਲ ਜਿਹੜਾ ਕਰ ਇਹ ਮਾਮਲੇ ਅਸੀਂ ਜੋੜ ਕੇ ਦੇਖੀਏ ਤਾਂ BC 'ਚ ਇਹ ਨੰਬਰ ਕਾਫੀ ਜ਼ਿਆਦਾ ਲੱਗ ਰਿਹਾ, ਜਿਸ ਕਰਕੇ ਹਾਲਾਤ ਜਿਹੜੇ ਚਿੰਤਾਜਨਕ ਨੇ। ਸੋ ਅਪੀਲ ਇਹੀ ਕੀਤੀ ਜਾ ਰਹੀ ਹੈ ਕਿ ਆਪਣਾ ਖਿਆਲ ਰੱਖੋ, ਜੇ ਲੋੜ ਨਹੀਂ ਬਾਹਰ ਜਾਣੀ ਤਾਂ ਬਾਹਰ ਨਾ ਜਾਓ, ਜੇ ਤੁਸੀਂ ਜਾਂਦੇ ਆ ਤਾਂ ਮਾਸਕ ਜ਼ਰੂਰ ਪਹਿਨੋ ਔਰ ਜਿਹੜੇ ਹੱਥ ਆ ਉਹ ਜ਼ਰੂਰ ਧੋਂਦੇ ਰਹੋ, ਜੇ ਨਹੀਂ ਲੋੜ ਤਾਂ ਜਿੰਨਾ ਹੋ ਸਕੇ ਮੂੰਹ ਨੂੰ ਘੱਟ ਹੱਥ ਲਾਓ। ਸੋ ਇਸ ਤਰ੍ਹਾਂ ਦੀਆਂ ਹਦਾਇਤਾਂ ਜਿਹੜੀਆਂ ਵਾ ਉਹ ਸਿਹਤ ਅਧਿਕਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਸਾਡੇ ਵੱਲੋਂ ਵੀ ਇਹ ਅਪੀਲ ਹੈ ਕਿ ਜਿੰਨਾ ਹੋ ਸਕਦਾ ਆ ਇਸ ਚੀਜ਼ ਦਾ ਖਿਆਲ ਰੱਖੋ ਕਿ ਵੱਧ ਤੋਂ ਵੱਧ ਅਸੀਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾ ਸਕੀਏ। ਸੋ ਹੋਰ ਖਬਰਾਂ ਲਈ ਜੁੜੇ ਰਹੋ ਟੀਵੀ ਪੰਜਾਬ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।